TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ, ਜਿਨ੍ਹਾਂ ਨੂੰ ਆਧਾਰ ਬਣਾ ਕੇ ਅੱਜ ਦੇ ਪ੍ਰੋਗਰਾਮ ਦੌਰਾਨ ਵਿਚਾਰ ਵਟਾਂਦਰਾ ਕੀਤਾ ਜਾਏਗਾ। ਅਮਰੀਕਾ ਵਿੱਚ ਇੱਕ ਸਿੱਖ ਵਿਅਕਤੀ ਤੇ ਹੋਇਆ ਹਮਲਾ। ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬੁਰੀ ਤਰ੍ਹਾਂ ਘੇਰਿਆ। ਨੰਦੀਗ੍ਰਾਮ ਸੀਟ ਤੇ ਦੁਬਾਰਾ ਨਹੀਂ ਹੋਵੇਗੀ ਗਿਣਤੀ, ਚੋਣ ਕਮਿਸ਼ਨ ਨੇ ਦੱਸਿਆ। ਤਾਮਿਲਨਾਡੂ ਵਿੱਚ DMK ਦੇ ਜਿੱਤਣ ਤੋਂ ਬਾਅਦ ਇੱਕ ਔਰਤ ਨੇ ਆਪਣੀ ਜੀਭ ਕੱਟ ਕੇ ਮੰਦਰ ਵਿੱਚ ਚੜਾਈ। ਜਦੋਂ ਆਪਣਿਆਂ ਨੇ ਮੂੰਹ ਮੋੜਿਆ ਤਾਂ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਨੇ ਦਿਖਾਈ ਇਨਸਾਨੀਅਤ। ਕਿਵੇਂ ਦਿੱਤੀ ਜਾਵੇਗੀ ਕੋਰੋਨਾ ਜੰਗ ਨੂੰ ਮਾਤ? ਵੈਂਟੀਲੇਟਰ 11 ਪਰ ਚਲਾਉਣ ਵਾਲਾ ਕੋਈ ਨਹੀਂ। ਆਖਰ 6ਵੇਂ ਪੇ ਕਮਿਸ਼ਨ ਵੱਲੋਂ ਕੈਪਟਨ ਸਰਕਾਰ ਨੂੰ ਪੇਸ਼ ਕਰ ਦਿੱਤੀ ਗਈ ਰਿਪੋਰਟ। ਟਵਿੱਟਰ ਨੇ ਕੰਗਣਾ ਨੂੰ ਦਿੱਤਾ ਕਰਾਰਾ ਝਟਕਾ ਅਤੇ ਕਈ ਹੋਰ ਖਬਰਾਂ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਟਿੱਪਣੀਆਂ ਵੀ ਕਰਾਂਗੇ। ਪਰ ਤੁਹਾਨੂੰ ਸਭਨਾਂ ਨੂੰ ਅਪੀਲ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤਾਂ ਕਿ ਤੁਹਾਨੂੰ ਸਮੇਂ ਸਿਰ ਜਦੋਂ ਕੋਈ ਬ੍ਰੇਕਿੰਗ ਨਿਊਜ਼ ਹੋਵੇ ਜਾਂ ਪ੍ਰੋਗਰਾਮ ਇਹ ਤੁਹਾਡੇ ਲਈ ਅਪਲੋਡ ਕੀਤਾ ਜਾਵੇ, ਜਾਂ ਪ੍ਰੋਗਰਾਮ ਪੰਜਾਬ ਬੋਲਦਾ ਜਦੋਂ ਰੋਜ਼ਾਨਾ ਪੇਸ਼ ਕੀਤਾ ਜਾਂਦਾ ਹੈ ਵੈਨਕੂਵਰ ਦੇ ਸਮੇਂ ਮੁਤਾਬਕ ਸਵੇਰੇ 7 ਵਜੇ, ਪੰਜਾਬ ਦੇ ਵਿੱਚ ਸ਼ਾਮ ਦੇ 7:30 ਵਜੇ ਹੋਇਆ ਕਰਦੇ ਹੈ, ਤਾਂ ਤੁਸੀਂ ਸਮੇਂ ਸਿਰ ਉਸ ਪ੍ਰੋਗਰਾਮ ਦੌਰਾਨ ਜੁੜ ਸਕੋ। ਤੁਹਾਨੂੰ ਬੇਨਤੀ ਹੈ, ਉਮੀਦ ਹੈ ਕਿ ਤੁਸੀਂ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ। ਤੇ ਆਓ ਹੁਣ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਅਮਰੀਕਾ ਦੇ ਵਿੱਚੋਂ ਖਬਰ ਮਿਲ ਰਹੀ ਹੈ। ਅਮਰੀਕਾ ਦਾ ਬਹੁਤ ਵੱਡਾ ਸ਼ਹਿਰ ਹੈ ਨਿਊਯਾਰਕ। ਨਿਊਯਾਰਕ ਉਹ ਸ਼ਹਿਰ ਹੈ, ਸਟੇਟ ਦਾ ਨਾਮ ਵੀ ਨਿਊਯਾਰਕ ਹੈ ਤੇ ਸ਼ਹਿਰ ਦਾ ਨਾਮ ਵੀ ਨਿਊਯਾਰਕ ਹੈ। ਨਿਊਯਾਰਕ ਸ਼ਹਿਰ ਦੇ ਵਿੱਚ ਬਰੁਕਲਿਨ ਦੇ ਇੱਕ ਹੋਟਲ ਦੇ ਵਿੱਚੋਂ ਪਤਾ ਲੱਗਿਆ ਕਿ ਅਸਲ ਦੇ ਵਿੱਚ ਇੱਕ ਵਿਅਕਤੀ ਨੇ, ਹੈ ਅਸਲ ਉਹ ਵੀ ਗੋਰਾ ਨਹੀਂ, ਉਸ ਵਿਅਕਤੀ ਨੇ ਇੱਕ ਸਿੱਖ ਵਿਅਕਤੀ ਦੇ ਸਿਰ ਤੇ ਹਥੌੜੇ ਨਾਲ ਵਾਰ ਕੀਤਾ ਹੈ। ਉਹ ਵਿਅਕਤੀ ਚੀਕ ਚੀਕ ਕੇ ਆਖ ਰਿਹਾ ਸੀ, ਮੈਂ ਤੁਹਾਨੂੰ ਪਸੰਦ ਨਹੀਂ ਕਰਦਾ, ਤੁਹਾਡੀ ਚਮੜੀ ਦਾ ਰੰਗ ਮੇਰੇ ਰੰਗ ਵਰਗਾ ਨਹੀਂ। ਇਹਨੂੰ ਨਸਲੀ ਘਟਨਾ ਆਖਿਆ ਜਾ ਸਕਦਾ। ਹੁਣ ਜਦੋਂ ਨਿਊਯਾਰਕ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਤੇ ਫਿਰ ਭਾਈਚਾਰੇ ਨੇ ਅਪੀਲ ਕੀਤੀ ਹੈ ਕਿ ਦੇਖਿਆ ਜਾਵੇ ਕਿਤੇ ਨਸਲੀ ਨਫ਼ਰਤ ਤਾਂ ਨਹੀਂ, ਕਿਤੇ ਇਹ ਨਫ਼ਰਤ ਤੋਂ ਪ੍ਰੇਰਿਤ ਕਿਤੇ ਹਮਲਾ ਤਾਂ ਨਹੀਂ। ਜਾਣਕਾਰੀ ਮਿਲੀ ਹੈ ਕਿ ਐਸਟੋਰੀਆ ਦੇ ਰਹਿਣ ਵਾਲੇ ਸੁਮੀਤ ਆਹਲੂਵਾਲੀਆ, ਜਿਨ੍ਹਾਂ ਦੀ ਉਮਰ ਲਗਭਗ 32 ਵਰ੍ਹੇ ਦੱਸੀ ਜਾ ਰਹੀ ਹੈ, ਇਹ ਹਮਲਾ ਉਹਨਾਂ ਤੇ ਹੋਇਆ। ਹਮਲਾ ਕਰਨ ਵਾਲਾ ਵਿਅਕਤੀ ਨਸਲੀ ਨਫ਼ਰਤ ਨਾਲ ਭਰਿਆ ਹੋਇਆ ਜਾਪ ਰਿਹਾ ਸੀ। ਉਸ ਨੌਜਵਾਨ ਨੇ ਦੱਸਿਆ ਕਿ ਉਹ ਵਿਅਕਤੀ ਨੇ ਉਹਨਾਂ ਦੇ ਕੰਮ ਦੇ ਉੱਤੇ ਬੀਤੀ 26 ਤਰੀਕ ਨੂੰ ਉਹਨਾਂ ਤੇ ਹਮਲਾ ਕੀਤਾ। ਉਹਨਾਂ ਦੱਸਿਆ ਕਿ ਉਹ ਸਵੇਰ ਵਕਤ ਲਗਭਗ 8 ਵਜੇ ਹੋਟਲ ਦੀ ਲੌਬੀ ਦੇ ਵਿੱਚ ਆਇਆ ਤੇ ਚੀਕਣ ਲੱਗਿਆ। ਆਹਲੂਵਾਲੀਆ ਨੇ ਦੱਸਿਆ ਕਿ ਜਦੋਂ ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੇਰੇ ਵੱਲ ਦੌੜਨ ਲੱਗਿਆ ਅਤੇ ਜਦੋਂ ਉਸਨੇ ਜੇਬ ਦੇ ਵਿੱਚ ਹੱਥ ਪਾਇਆ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਉਹ ਆਪਣੀ ਜੇਬ ਦੇ ਵਿੱਚੋਂ ਕੋਈ ਬੰਦੂਕ, ਕੋਈ ਪਿਸਤੌਲ ਕੱਢ ਰਿਹਾ ਹੈ। ਇਸ ਤੇ ਉਹਨਾਂ ਨੇ ਹਮਲਾਵਰ ਨੂੰ ਕਿਹਾ, ਕੀ ਹੋਇਆ, ਤੁਸੀਂ ਮੇਰੇ ਭਰਾ ਹੋ? ਇਸ ਤੋਂ ਬਾਅਦ ਹਮਲਾਵਰ ਨੇ ਕਿਹਾ, ਤੁਹਾਡੀ ਚਮੜੀ ਦਾ ਰੰਗ ਮੇਰੇ ਵਰਗਾ ਨਹੀਂ। ਫਿਰ ਉਸਨੇ ਆਹਲੂਵਾਲੀਆ ਤੇ ਉਹਦੇ ਸਿਰ ਤੇ ਹਥੌੜੇ ਨਾਲ ਵਾਰ ਕਰ ਦਿੱਤਾ। ਪੁਲਿਸ ਨੇ ਸ਼ੱਕੀ ਵਿਅਕਤੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਨੇ, ਉਹਦੀ ਤਲਾਸ਼ ਜਾਰੀ ਹੈ। ਇਹ ਘਟਨਾ ਉਦੋਂ ਸਾਹਮਣੇ ਆਈ ਹੈ ਜਦੋਂ ਦੱਸਣਾ ਬਣਦਾ ਕਿ ਅਮਰੀਕਾ ਦੇ ਵਿੱਚ COVID-19 ਦੀ ਜਿਹੜੀ ਬਿਮਾਰੀ ਬਹੁਤ ਵੱਡੇ ਪੱਧਰ ਤੇ ਫੈਲੀ ਸੀ, ਮਹਾਮਾਰੀ ਫੈਲੀ ਸੀ, ਇਹਦੇ ਵਿੱਚ ਏਸ਼ੀਆਈ ਨਾਗਰਿਕਾਂ ਦੇ ਵਿਰੁੱਧ ਨਸਲੀ ਨਫ਼ਰਤ ਵੱਡੇ ਪੱਧਰ ਤੇ ਫੈਲੀ ਹੈ। ਬੀਤੇ ਸਮੇਂ ਦੇ ਵਿੱਚ ਕੁਝ ਇੱਕ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਵੀ ਜਾਣ ਬੁੱਝ ਕੇ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਸੀ ਜਿਹੜੇ ਇਸ ਏਸ਼ੀਆਈ ਮੂਲ ਦੇ ਲੋਕ ਨੇ ਉਹਨਾਂ ਨੂੰ। ਸੋ ਹੁਣ ਵੇਖਿਆ ਜਾ ਰਿਹਾ ਕਿ ਕਿਤੇ ਇਹ ਵੀ ਕੋਈ ਨਸਲੀ ਨਫ਼ਰਤ ਤੋਂ ਪ੍ਰੇਰਿਤ ਹੋ ਕੇ ਇੱਕ ਸਿੱਖ ਵਿਅਕਤੀ ਦੇ ਸਿਰ ਤੇ ਹਥੌੜੇ ਨਾਲ ਵਾਰ ਤਾਂ ਨਹੀਂ ਕੀਤਾ। ਅਸਲ ਦੇ ਵਿੱਚ ਚਮੜੀ ਦੇ ਰੰਗ ਨੂੰ ਵੇਖ ਕੇ ਬਹੁਤ ਸਾਰੇ ਲੋਕ ਨੇ, ਸਾਡੀ ਦਸਤਾਰ ਨੂੰ ਦੇਖ ਕੇ ਬਹੁਤ ਸਾਰੇ ਲੋਕ ਨੇ, ਸਾਡੇ ਖੁੱਲੇ ਦਾੜੇ ਪ੍ਰਕਾਸ਼ ਨੂੰ ਦੇਖ ਕੇ ਬਹੁਤ ਸਾਰੇ ਲੋਕ ਨੇ, ਸਾਡੀ ਤਰੱਕੀ ਨੂੰ ਵੇਖ ਕੇ, ਸਾਡੀ ਮਿਹਨਤ ਨੂੰ ਵੇਖ ਕੇ ਬਹੁਤ ਸਾਰੇ ਲੋਕ ਜੈਲਸੀ ਦਾ ਸ਼ਿਕਾਰ ਹੁੰਦੇ ਆ। ਉਹ ਦੁਨੀਆ ਦੇ ਭਾਵੇਂ ਆਪਾਂ ਕਿਸੇ ਵੀ ਕੋਨੇ ਚਲੇ ਜਾਈਏ, ਆਪਣੇ ਪਿੰਡ ਵਿੱਚ ਵੀ ਤੁਸੀਂ ਵੇਖਿਓ, ਕੋਈ ਲਾਣਾ ਹਿੰਮਤੀ ਹੋਵੇ, ਕੋਈ ਨੌਜਵਾਨ ਹਿੰਮਤੀ ਹੋਵੇ, ਅੱਧੇ ਲੋਕ ਵੈਸੇ ਹੀ ਉਹਦੇ ਨਾਲ ਨਫ਼ਰਤ ਕਰਨ ਲੱਗ ਪੈਂਦੇ ਆ। ਹੁਣ ਵੇਖਿਆ ਜਾ ਰਿਹਾ ਕਿ ਅਪਰਾਧ ਨਸਲੀ ਅਪਰਾਧ ਤਾਂ ਨਹੀਂ ਸੀ। ਅਗਲੀ ਖਬਰ ਤੁਸੀਂ ਦੇਖੋ ਕਿ ਲੋਕ ਕਿਸ ਤਰ੍ਹਾਂ ਦੇ ਜੇ ਵਾਅਦੇ ਕਰ ਲੈਂਦੇ ਆ ਤੇ ਉਹ ਵਾਅਦਿਆਂ ਨੂੰ ਪੂਰਾ ਕਰਦੇ ਆ, ਪਰ ਦੂਸਰੇ ਪਾਸੇ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਹੈ, ਪ੍ਰਧਾਨ ਮੰਤਰੀ ਵੀ ਹੈ, ਰਾਸ਼ਟਰਪਤੀ ਵੀ ਹੈ, ਚੋਣਾਂ ਦੇ ਦੌਰਾਨ ਵਾਅਦੇ ਕਰਦੇ ਆ,
उस कुर्सी ते बैठ भी जाते हैं, पदवी संभाल भी लेंदे है, पर भुल्ली जाते हैं कि असीं लोकां नाल वादे किहड़े-किहड़े कीते सी। पर तमिलनाडु दे विच्चों भावें वादा उस औरत ने निभा दिता, पर कोई चंगी गल नहीं। जानकारी मिली है कि एक औरत ने अपनी जीभ कट दी है तो जीभ कट के मंदिर च चढ़ाई है, क्योंकि तमिलनाडु दीआं विधान सभा चोणां दे विच DMK जित गई। DMK की जित तो बाद उन्हें अपना वादा निभाउण दे वास्ते मंदिर विच देवते नूं अपनी जीभ भेंट कीती है। 32 वरां दी वनीता विधान सभा चोणां दे विच DMK की जित की सुखना सुखी सी कि जिते तो फिर मैं अपनी जीभ कट के मंदिर च चढ़ा दियां। पता लग्या कि वनीता सवेर वक्त मुथलम्मन मंदिर पहुंची, अपनी जीभ कट्टी और मंदिर च भेंट कर दी। बाद दे विच खून नाल लथपथ होई नूं हस्पताल भर्ती करवाया गया। शायद तुहानूं पता होवे कि तमिलनाडु दे विच स्टालिन की अगवाई दे विच DMK ने बाजी मार लई है। उन्हां दी अगवाई दे विच DMK दे खाते विच 151 सीटां आईयां ने। वो तमिलनाडु के मुख्य मंत्री के तौर पर आने वाली 7 तरीक नूं 7 मई नूं सहुं चुकणगे। पर कुछ भी होवे, कोई मैं पहले ही आख्या कि खबर चंगी नहीं। पहली गल तो इस तरह की सहुं खानी नहीं चाहिए। भला इहदे नाल की फर्क पैण लग्या कि मैं अपनी जुबान कट के जीभ कट के मंदिर च चढ़ा देंगी। खैर उन्हें सुखना सुखी ते अपने बोल भगा दिते। पर साडे वाले पासे नज़र मार लो, उन्हें तो सिर्फ मंदिर का ध्यान धर के सहुं चुकी सी। साडे वालियां ने तो हत्थ च गुटका सा फड़िया सी, सौहां भी खाधियां सी, तुहाडे नाल वादे भी कीते सी, पर वादे किन्ने वफा होए है? एक ने नहीं, और सेंटर वालियां ने कहा सी कि हर साल 2 करोड़ नौकरियां देंगे। किन्ने करोड़ लोगों को नौकरियां हुण तक मिल जाणियां चाहीदियां सी। गल किस तो गुझी नहीं। तो अगली गल, बीते कई दिनों तो कदे कोई चंगी खबर आ जाती है, कदे कोई माड़ी खबर आ जाती है। आह खबर प्रोग्राम दौरान शामिल करने का एक मकसद है कि सानू बहुत सारिया सियासी पार्टियां ने, सियासी धिरां ने, लीडरां ने लड़ाउण दीआं बड़ियां कोशिशां कीतियां ने और वो कोशिशां करते भी रहणगे। पश्चिमी बंगाल दे विच्चों भी खबरां मिलियां ने कि खुल के धर्म का पत्ता खेडिया गया, पर बहुत सारे लोग सी जिन्हां ने उस पत्ते नूं नकार दिता है। भाव साडे विच फिरकू वंडियां पाईयां होईयां ने, पर इंसानीयत सब तो वड्डा धर्म है। यूपी के बलरामपुर जिले के विचों खबर मिल रही है कि कोविड पीड़ित व्यक्ति की मौत हो गई। मौत तो बाद परिवार वालियां दे नाल इत्थों तक कि परिवार वाले भी अंतिम संस्कार वास्ते अगे नहीं सी वध रहे। रोजे रखे हुए मुसलिम नौजवानों ने, उन्होंने ये फर्ज अदा किया है। बलरामपुर नगर के पुरैणिया के रहने वाले मुकंद मोहन पांडे, जिन्हों की उम्र लगभग 60 वरे सी, 3 मई वाले दिन कोरोना के नाल उन्हां दी मौत हो गई है। उन्हां दी मौत तो बाद परिवारक मैंबरां नूं भी डर पै गया किते इन्फैक्शन ना हो जाए। परिवार के लोगों ते आंढी गुआढ़ियां ने उन्हां दे संस्कार तो किनारा करना शुरू कर दिता। इस गल की जानकारी नगर पालिका परिषद के चेयरमैन उन्हां दे प्रतिनिधि शबान अली नूं मिली। उन्होंने कुछ अपने दोस्तों नूं बुलाया। उन्हां लोगों ने पहलां अर्थी तैयार की, कफन तैयार करवाया तो फिर लाश नूं शमशान घाट लै गए। उन्होंने दस्सिया कि मुकंद पांडे के वड्डे भरा ललित पांडे का 30 अप्रैल नूं कोरोना नाल देहांत होया सी। सदमे दे विचों हले परिवार उभरे नहीं सी कि 2-3 दिन बाद उन्होंने दूसरे भरा मुकंद की भी मौत हो गई सी। हुण इक्को ही परिवार दे विच 2-3 दिनां दे अंतर दे नाल 2 भरावां की मौत हुई होवे, बाकी परिवार डर गया। लाश दे नेड़े कोई ना जावे, संस्कार करना तो फिर गल दूर दी। जदों इन्हां मुसलिम भरावां नूं पता लग्या तां इन्हां ने अपने कुछ दोस्त इकट्ठे कीते। उन्हां विच तारक नां दा नौजवान सी, अंश, गुड्डू, शफीक अते 2 मित्र उन्हां दे होर सी। सारियां दे रोजे रखे हुए सी, मुसलिम धर्म नाल संबंधित ने। उन्होंने पांडे दे घर जाके मुकंद दा कफन भी तैयार किया, लाश नूं भी शमशान घाट तक लैके गए। उत्थे चिखा दे उत्ते डैड बॉडी नूं रख के लकड़ां भी चिण दित्तियां ते फिर परिवार नूं फोन किया कि हुण आ सकदे हो, सिर्फ तुसीं अगन भेंट कर सकते हो। फिर जानकारी मिली है कि उन्होंने पुत्र ने जाके अपने पिता की उस चिखा नूं अग दित्ती। यह है कि इंसानियत दी जिंदा दिल लोगों की मिसाल। हुण जेकर कल नूं कोई कहे कि मुसलिम धर्म के लोग माड़े ने, कोई कल नूं कहे हिंदू धर्म के लोग माड़े ने, कोई कल नूं कहे सिख धर्म के लोग माड़े ने, पंजे उंगलों वर्गे ही लोग आ। ना सारे धर्म माड़े है, ना सारे बंदे माड़े है, ना सारे धर्म के ठेकेदार माड़े है।
ਬੰਦੇ ਦੀਆਂ ਨੀਤਾਂ ਦੇ ਵਿੱਚ ਖੋਟਾਂ ਨੇ, ਬਦਨੀਤ ਹੋ ਜਾਂਦੀ ਹੈ। ਕੱਲ ਇੱਕ ਵੀਡੀਓ ਸੀ ਮੇਰੇ ਕੋਲ ਪਹੁੰਚੀ, ਉਹਦੇ ਵਿੱਚ ਹਿੰਦੂ ਧਰਮ ਦੇ ਲੋਕ ਆਖ ਰਹੇ ਨੇ ਕਿ ਅਸੀਂ ਕੁਝ ਚੰਦਾ ਦੇਣਾ ਚਾਹੁੰਦੇ ਹਾਂ, ਕਿਉਂਕਿ ਇਸ ਵਕਤ ਸਿੱਖ ਧਰਮ ਦੇ ਲੋਕ ਮੁਫਤ ਵਿੱਚ ਆਕਸੀਜਨ ਦੇ ਰਹੇ ਨੇ, ਜਿਸ ਨੂੰ ਸਾਡਾ ਧਰਮ ਕਹਿੰਦਾ ਕਿ ਸਾਡਾ ਲੰਗਰ ਲਾਇਆ ਹੋਇਆ। ਉਹ ਕਹਿੰਦੇ ਚੰਦਾ ਤੇ ਕੁਝ ਰਸਦ, ਪਰ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜੇ ਮਨੁੱਖਾ ਜਨਮ ਦੁਬਾਰਾ ਮਿਲਿਆ ਤਾਂ ਸਾਨੂੰ ਸਿੱਖਾਂ ਦੇ ਘਰ ਪੈਦਾ ਕਰੀ ਪ੍ਰਭਾ। ਤੇ ਉਸ ਦਿੱਲੀ ਦੀ ਖਬਰ ਹੈ ਜਿਸ ਦਿੱਲੀ ਦੇ ਵਿੱਚ 1984 ਦੇ ਵਿੱਚ ਸਿੱਖਾਂ ਨੂੰ ਕੋਹ ਕੇ ਮਾਰ ਦਿੱਤਾ, ਕਿ ਲੱਭ ਕੇ ਟੋ ਕੇ ਮਾਰ ਦਿੱਤਾ ਸੀ। ਸੁਣ, ਉਸ ਹਿੰਦੂ ਆਪਾਂ ਕਿਵੇਂ ਮਾੜਾ ਕਵਾਂਗੇ? ਸੋ ਸਾਰੇ ਧਰਮਾਂ ਦੇ ਚੰਗੇ ਲੋਕ ਵੀ ਹੈ ਤੇ ਮਾੜੇ ਲੋਕ ਵੀ ਹੈ, ਪਰ ਇਨਸਾਨੀਅਤ ਦੇ ਜਿੰਦਾ ਦਿਲ ਹੋਣ ਦੀ ਮਿਸਾਲ ਵੀ ਹੈ। ਤੇ ਅਗਲੀ ਖਬਰ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪ੍ਰਿਯੰਕਾ ਗਾਂਧੀ ਵਾਡੇਰਾ ਨਾਲ ਜੁੜੀ ਹੋਈ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਉਹਨਾਂ ਨੇ ਸੈਂਟਰਲ ਵਿਸਟਾ ਪ੍ਰੋਜੈਕਟ ਨੂੰ ਲੈ ਕੇ ਮੋਦੀ ਸਰਕਾਰ ਤੇ ਨਿਸ਼ਾਨਾ ਵਿੰਨ੍ਹਿਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵਾਸਤੇ ਨਵਾਂ ਘਰ ਬਣਾਉਣ ਦੀ ਬਜਾਏ ਲੋਕਾਂ ਨੂੰ ਜਾਨ ਬਚਾਉਣ ਵਾਸਤੇ ਸਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਪ੍ਰਿਯੰਕਾ ਨੇ ਕਿਹਾ ਕਿ ਜਦੋਂ ਦੇ ਲੋਕ ਇੰਡੀਆ ਦੇ ਆਕਸੀਜਨ, ਵੈਕਸੀਨ, ਹਸਪਤਾਲ, ਬੈੱਡ, ਦਵਾਈਆਂ ਦੀ ਘਾਟ ਨਾਲ ਜੂਝ ਰਹੇ ਹੋਣ ਤੇ ਉਸ ਵਕਤ ਮੋਦੀ ਸਰਕਾਰ 13,000 ਕਰੋੜ ਰੁਪਏ ਦੇ ਨਾਲ ਆਪਣਾ ਨਵਾਂ ਘਰ ਬਣਾਉਣ ਵਾਸਤੇ ਲੱਗੀ ਹੋਵੇ, ਰੁੱਝੀ ਹੋਵੇ, ਇਹ ਸਰੋਤ ਲੋਕਾਂ ਦੀ ਜਾਨ ਬਚਾਉਣ ਵਾਸਤੇ ਲਾਉਣੇ ਚਾਹੀਦੇ ਨੇ। ਉਹ ਕਹਿੰਦੇ ਇਹ ਬਿਹਤਰ ਹੋਏਗਾ। ਪ੍ਰਿਯੰਕਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਖਰਚਿਆਂ ਦੇ ਨਾਲ ਜਨਤਾ ਨੂੰ ਇਹ ਸੰਦੇਸ਼ ਜਾਂਦਾ ਹੈ ਕਿ ਸਰਕਾਰ ਦੀ ਪਹਿਲ ਕਿਸੇ ਹੋਰ ਦਿਸ਼ਾ ਵਿੱਚ ਹੈ। ਦੱਸਣਾ ਬਣਦਾ ਹੈ ਕਿ ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਸਰਕਾਰ ਦੁਆਰਾ ਗਠਿਤ ਇੱਕ ਮਾਹਰ ਕਮੇਟੀ ਨੂੰ ਦੱਸਿਆ ਕਿ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਦਾ ਨਿਰਮਾਣ ਦਸੰਬਰ 2022 ਤੱਕ ਪੂਰਾ ਹੋ ਜਾਏਗਾ। ਕਮੇਟੀ ਨੇ ਪ੍ਰੋਜੈਕਟ ਲਈ ਆਪਣੀ ਮਨਜ਼ੂਰੀ ਦਿੱਤੀ ਹੋਈ ਹੈ। ਇਸ ਪ੍ਰੋਜੈਕਟ ਨੂੰ ਵਿਕਸਿਤ ਕਰ ਰਹੇ CPWD ਨੇ ਮਾਹਰ ਮੁਲਾਂਕਣ ਕਮੇਟੀ ਭਾਵ AAC ਨੂੰ ਸੂਚਿਤ ਕੀਤਾ ਹੈ ਕਿ ਸੰਸਦ ਦੀ ਇਮਾਰਤ ਦੇ ਵਿਸਥਾਰ ਅਤੇ ਸੰਸਦ ਦੀ ਨਵੀਂ ਇਮਾਰਤ ਦਾ ਨਿਰਮਾਣ ਨਵੰਬਰ 2022 ਤੱਕ ਪੂਰਾ ਹੋ ਜਾਏਗਾ ਅਤੇ ਨਾਲ ਹੀ ਪ੍ਰਧਾਨ ਮੰਤਰੀ ਆਵਾਸ ਦਾ ਨਿਰਮਾਣ ਵੀ 2022 ਤੱਕ ਮੁਕੰਮਲ ਕਰ ਲਿਆ ਜਾਏਗਾ। ਇਹ ਹਜ਼ਾਰਾਂ ਕਰੋੜਾਂ ਰੁਪਏ ਖਰਚ ਕੇ ਸੰਸਦ ਭਵਨ ਵੀ ਨਵਾਂ ਤਿਆਰ ਕੀਤਾ ਜਾ ਰਿਹਾ ਹੈ ਅਤੇ ਨਾਲ ਪ੍ਰਧਾਨ ਮੰਤਰੀ ਦੇ ਰਹਿਣ ਵਾਸਤੇ ਉਹਦਾ ਆਵਾਸ ਸਥਾਨ ਵੀ ਤਿਆਰ ਕੀਤਾ ਜਾ ਰਿਹਾ ਹੈ। ਹੁਣ ਸਵਾਲ ਤੇ ਉਹਨਾਂ ਨੇ ਸਹੀ ਕੀਤਾ ਕਿ ਇਸ ਵਕਤ ਦਿੱਲੀ ਦੇ ਵਿੱਚ ਮੁਕੰਮਲ ਲਾਕਡਾਊਨ, ਪਰ ਇਹ ਕੰਮ ਨਾ ਰੁਕੇ। ਉਹਨਾਂ ਕਾਮਿਆਂ ਦੇ ਵਾਸਤੇ ਸਪੈਸ਼ਲ ਬੱਸਾਂ ਲਾਈਆਂ ਹੋਈਆਂ ਨੇ, ਉਹਨਾਂ ਨੂੰ ਲੈ ਕੇ ਵੀ ਆਉਂਦੇ ਆ, ਉਹਨਾਂ ਨੂੰ ਛੱਡਦੇ ਵੀ ਹੈ, ਪਰ ਕੰਮ ਨਹੀਂ ਰੁਕਣ ਦੇਣਾ, ਕਿਉਂਕਿ ਕਹਿੰਦੇ ਅਸੀਂ ਕਿਹਾ ਸੀ ਕਿ 2022 ਤੱਕ ਨਵਾਂ ਸੰਸਦ ਭਵਨ ਤੇ ਪ੍ਰਧਾਨ ਮੰਤਰੀ ਆਵਾਸ ਸਥਾਨ ਬਣੇਗਾ। ਹੁਣ ਇੱਕ ਪਾਸੇ ਆਕਸੀਜਨ ਦੇ ਪਲਾਂਟ ਚਾਹੀਦੇ ਹੈ ਜਾਂ ਸਾਨੂੰ ਨਵੀਂ ਸੰਸਦ ਚਾਹੀਦੀ ਹੈ? ਕੋਈ ਵੀ ਸੰਸਦ ਮੈਂਬਰ ਦੱਸ ਦੇਵੇ, ਪ੍ਰਧਾਨ ਮੰਤਰੀ ਸਾਹਿਬ ਦੱਸ ਦੇਣ ਜਾਂ ਕੋਈ ਵੀ ਉਹਨਾਂ ਦਾ ਕਰਿੰਦਾ ਦੱਸ ਦੇਵੇ ਕਿ ਜਦੋਂ ਹੁਣ ਸੰਸਦ ਦੇ ਵਿੱਚ ਸੰਸਦ ਮੈਂਬਰ ਜਾਂਦੇ ਹੈ ਕਿ ਉਹ ਨੀਲੀ ਛੱਤ ਹੇਠ ਬੈਠ ਕੇ ਉੱਥੇ ਭਵਨ ਆਪਣਾ ਸੰਸਦ ਕਰਦੇ ਆ, ਜਾਂ ਉਹਨਾਂ ਵਾਸਤੇ ਇਸ ਵਕਤ ਸੰਸਦ ਦੀ ਬਿਲਡਿੰਗ ਹੈ, ਇਮਾਰਤ ਹੈ। ਇਸ ਵਕਤ ਉਹਦੀ ਜ਼ਰੂਰਤ ਨਹੀਂ, ਜ਼ਰੂਰਤ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਹੈ। ਪਰ ਜਾਨਾਂ ਅਸੀਂ ਬਚਾ ਕਿਵੇਂ ਰਹੇ ਹਾਂ? ਅਗਲੀ ਖਬਰ ਸੁਣ ਲਓ। ਮੈਂ ਬੀਤੇ ਦਿਨੀ ਰੋਪੜ ਦੇ ਹਸਪਤਾਲ ਦਾ ਜ਼ਿਕਰ ਕਰ ਰਿਹਾ ਸੀ ਕਿ ਖਬਰਾਂ ਮਿਲੀਆਂ ਸੀ ਕਿ ਉੱਥੇ ਕੁਝ ਨਾ ਕੁਝ ਉਹ ਯੰਤਰ ਪਏ ਨੇ ਜਿਨ੍ਹਾਂ ਨੂੰ ਚਲਾਉਣ ਵਾਸਤੇ ਮਾਹਿਰ ਚਾਹੀਦੇ ਨੇ, ਆਪਰੇਟਰ ਚਾਹੀਦੇ ਆ। ਤੇ ਅੱਜ ਸ਼੍ਰੀ ਮੁਕਤਸਰ ਸਾਹਿਬ ਵਾਲੇ ਪਾਸੋਂ ਖਬਰ ਆ ਗਈ ਹੈ, ਸਿਹਤ ਵਿਭਾਗ ਦੇ ਕੋਲੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ 11 ਵੈਂਟੀਲੇਟਰ ਨੇ। 11 ਵੈਂਟੀਲੇਟਰ ਨੂੰ ਚਲਾਉਣ ਵਾਸਤੇ ਮਾਹਿਰ ਇੱਕ ਵੀ ਨਹੀਂ। ਫਿਰ ਉਹ ਗੋਡੇ ਤੇ ਲਾਉਣੇ ਆ। ਕਰੋਨਾ ਵਿਰੁੱਧ ਜੰਗ ਜਿੱਤੂ ਕਿਵੇਂ? ਪੰਜਾਬ ਸਰਕਾਰ ਲਗਾਤਾਰ ਦਾਅਵੇ ਤੇ ਦਾਅਵਾ ਠੋਕੀ ਜਾਂਦੀ ਹੈ, ਪਰ ਜ਼ਮੀਨੀ ਹਕੀਕਤ ਏ, ਸਿਹਤ ਸਹੂਲਤਾਂ ਦੀ ਬੇਧਿਆਨੀ ਏ, ਜਿਹੜੀਆਂ ਲੋਕਾਂ ਨੂੰ ਪਰੇਸ਼ਾਨੀਆਂ ਖੜੀਆਂ ਹੋ ਰਹੀਆਂ ਨੇ ਉਹਦੀ ਆਧਾਰਨ ਏ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚੋਂ ਪਤਾ ਲੱਗਿਆ ਕਿ ਉਹ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਕਹਿਣ ਨੂੰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਸ਼੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਦੇ ਵਿੱਚ ਕੋਵਿਡ ਹਸਪਤਾਲ ਬਣਾਏ ਹੋਏ ਨੇ, ਪਰ ਸਥਿਤੀ ਕੀ ਹੈ? ਜੇਕਰ ਇਹਨਾਂ ਹਸਪਤਾਲਾਂ ਦੇ ਵਿੱਚ ਕੋਈ ਕੋਵਿਡ ਦਾ ਮਰੀਜ਼ ਜਾਂਦਾ ਹੈ, ਉਹਨੂੰ ਦਾਖਲ ਕਰ ਲੈਂਦੇ ਆ, ਮਾੜੀ ਜਿਹੀ ਇਨਫੈਕਸ਼ਨ ਵੱਧਦੀ ਹੈ, ਕਹਿੰਦੇ ਹੁਣ ਸਾਡੇ ਤੋਂ ਨਹੀਂ ਸਾਂਭਿਆ ਜਾਂਦਾ, ਅੱਗੇ ਲੈ ਜਾਓ, ਰੈਫਰ ਕਰ ਦਿੰਦੇ ਆ। ਹੁਣ ਪੂਰੇ ਜ਼ਿਲ੍ਹੇ ਦੇ ਵਿੱਚ 11 ਵੈਂਟੀਲੇਟਰ ਨੇ। ਦੱਸਿਆ ਗਿਆ ਕਿ 7 ਵੈਂਟੀਲੇਟਰ ਸ਼੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਹੈ, ਪਰ ਇਹਨਾਂ ਵੈਂਟੀਲੇਟਰਸ ਨੂੰ ਚਲਾਉਣ ਦੇ ਵਾਸਤੇ ਇੱਕ ਵੀ ਵਿਅਕਤੀ ਮੌਜੂਦ ਨਹੀਂ।
ਇਹ ਸਮੱਸਿਆ ਇੰਝ ਹੀ ਲੰਬੇ ਸਮੇਂ ਤੋਂ ਹੈ, ਅੱਜ ਦੀ ਨਹੀਂ। ਸਿਵਲ ਸਰਜਨ ਦੇ ਅਨੁਸਾਰ ਹੁਣ 5 ਵੈਂਟੀਲੇਟਰ ਉਹਨਾਂ ਨੇ ਫਰੀਦਕੋਟ 'ਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤੇ ਆ। ਚਲੋ ਉੱਥੇ ਤਾਂ ਕੰਮ ਆਉਣਗੇ ਕਿਸੇ ਦੇ। ਉਹਨਾਂ ਦੇ ਅਨੁਸਾਰ ਮਾਹਿਰ ਡਾਕਟਰ ਅਤੇ ਐਨਥੀਸੀਆ ਦਾ ਡਾਕਟਰ ਵੀ ਲੰਬੇ ਸਮੇਂ ਤੋਂ ਉੱਥੇ ਹੈ ਹੀ ਨਹੀਂ। ਉਹ ਕਹਿੰਦੇ ਅਸੀਂ ਅੱਜ ਨਹੀਂ, ਕਈ ਵਾਰੀ ਸੰਬੰਧਿਤ ਅਧਿਕਾਰੀਆਂ ਨੂੰ ਅਪੀਲ ਕਰ ਚੁੱਕੇ ਹਾਂ ਕਿ ਸਾਨੂੰ ਆਪਰੇਟਰ ਦੇ ਦਿਓ, ਸਾਨੂੰ ਡਾਕਟਰ ਦੇ ਦਿਓ, ਸਾਨੂੰ ਐਨਥੀਸੀਆ ਵਾਲਾ ਦੇ ਦਿਓ। ਹਜੇ ਤੱਕ ਕੋਈ ਨਹੀਂ ਪਹੁੰਚਿਆ। ਹੁਣ ਕਿਵੇਂ ਕਹਿ ਦਿਆਂਗੇ ਕਿ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਹਨਾਂ ਹਸਪਤਾਲਾਂ ਦੇ ਵਿੱਚ 11 ਵੈਂਟੀਲੇਟਰ ਤਾਂ ਪਏ ਹੈ। ਹੋ ਸਕਦਾ ਹੈ ਮਰੀਜ਼ ਨੂੰ ਵੀ ਕਹਿੰਦੇ, ਹੁਣ ਮਰੀਜ਼ ਪੁੱਛਦਾ ਉਹ ਵੈਂਟੀਲੇਟਰ ਹੈ ਜੀ, ਹੈਗਾ ਜੀ, ਪਰ ਇਹ ਤਾਂ ਨਹੀਂ ਦੱਸਿਆ ਜਾਂਦਾ ਕਿ ਵੈਂਟੀਲੇਟਰ ਚਲਾਉਣਾ ਕਿਹਨੇ ਹੈ। ਹੁਣ ਜੇ ਅਸੀਂ ਕਾਰ ਲਿਆ ਕੇ ਖੜੀ ਕਰ ਲਈਏ, ਕੰਮ ਤੇ ਜਾਣਾ ਹੋਵੇ, ਡਰਾਈਵਰ ਹੋਵੇ ਨਾ ਤੇ ਸਾਨੂੰ ਚਲਾਉਣੀ ਨਾ ਆਉਂਦੀ ਹੋਵੇ, ਕੰਮ ਤੇ ਕਿਵੇਂ ਪਹੁੰਚਾਂਗੇ? ਇਹ ਆਪਣੇ ਆਪ ਦੇ ਵਿੱਚ ਸਰਕਾਰੀ ਦਾਅਵੇ ਨੇ ਨਾ ਜਿਹੜੇ, ਉਹਨਾਂ ਦੀ ਪੋਲ ਖੋਲ੍ਹਣ ਵਾਲੀਆਂ ਖਬਰਾਂ ਨੇ। ਅਗਲੀ ਖਬਰ ਪੇ ਕਮਿਸ਼ਨ ਦੇ ਨਾਲ ਸੰਬੰਧਿਤ ਖਬਰ ਹੈ। 6ਵੇਂ ਪੇ ਕਮਿਸ਼ਨ ਦੇ ਵੱਲੋਂ ਕੈਪਟਨ ਸਰਕਾਰ ਨੂੰ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ। ਪੰਜਾਬ ਦੀ ਹਾਲਤ ਵਿੱਤੀ ਤੌਰ ਤੇ ਕਿਹੋ ਜਿਹੀ ਹੈ ਤੁਹਾਨੂੰ ਵੀ ਪਤਾ ਹੈ। ਉੱਪਰ ਦੀ ਕੋਵਿਡ-19 ਦੇ ਕਾਰਨ ਹੋ ਸਕਦਾ ਹੈ ਵੱਧ ਤੋਂ ਬਦਤਰ ਵੀ ਹੋ ਗਏ ਹੋਵੇ, ਇਹ ਵੀ ਤੁਹਾਨੂੰ ਪਤਾ ਹੈ। ਪਰ ਇਹ ਚੰਗੀ ਹਾਲਤ ਨਾ ਹੋਣ ਦੇ ਬਾਵਜੂਦ ਵੀ ਕੈਪਟਨ ਸਰਕਾਰ ਪੰਜਾਬ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਦੀਆਂ ਤਨਖਾਹਾਂ ਦੇ ਵਿੱਚ, ਭੱਤਿਆਂ ਦੇ ਵਿੱਚ ਵਾਧਾ ਕਰਨ ਜਾ ਰਹੀ ਹੈ। ਭਾਵੇਂ ਚੋਣਾਂ ਨੂੰ ਧਿਆਨ ਵਿੱਚ ਰੱਖ ਹੀ ਕਰ ਦੇਵੇ, ਪਰ ਚਲੋ ਲੋਕਾਂ ਵਾਸਤੇ ਤਾਂ ਚੰਗੀ ਖਬਰ ਹੈ ਨਾ। ਦੱਸਣਾ ਬਣਦਾ ਹੈ ਕਿ ਜੈ ਸਿੰਘ ਗਿੱਲ ਦੀ ਅਗਵਾਈ ਦੇ ਹੇਠ 6ਵਾਂ ਤਨਖਾਹ ਕਮਿਸ਼ਨ ਬਾਦਲ ਸਰਕਾਰ ਨੇ 2016 ਦੇ ਵਿੱਚ ਆਪਣੇ ਕਾਰਜਕਾਲ ਦੇ ਆਖਰੀ ਸਮੇਂ ਗਠਿਤ ਕੀਤਾ ਸੀ। ਕਮਿਸ਼ਨ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸਥਾਰ ਦੇ ਵਿੱਚ ਪੱਖ ਸੁਣਿਆ। ਪੱਖ ਸੁਣਨ ਤੋਂ ਬਾਅਦ ਆਪਣੀਆਂ ਸਿਫਾਰਿਸ਼ਾਂ ਤਿਆਰ ਕੀਤੀਆਂ। ਜਾਣਕਾਰੀ ਦੇ ਅਨੁਸਾਰ ਉਹਨਾਂ ਨੇ ਆਪਣੀ ਰਿਪੋਰਟ ਬੀਤੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ। ਉਹਨਾਂ ਸਿਫਾਰਿਸ਼ਾਂ ਦਾ ਅਧਿਐਨ ਕਰਨ ਦੇ ਵਾਸਤੇ ਇਹ ਰਿਪੋਰਟ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸੌਂਪ ਦਿੱਤੀ ਹੈ। ਪੰਜਾਬ ਸਰਕਾਰ ਨੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦਾ ਹਾਲ ਦੇ ਵਿੱਚ ਸਮਾਂ ਵਧਾ ਕੇ 30 ਮਈ ਤੱਕ ਕੀਤਾ ਹੈ ਤੇ ਪੇਸ਼ ਰਿਪੋਰਟ ਦੇ ਮੁਤਾਬਕ ਪੰਜਾਬ ਸਰਕਾਰ ਦੇ 6ਵੇਂ ਤਨਖਾਹ ਕਮਿਸ਼ਨ ਨੇ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਦੁੱਗਣੇ ਤੋਂ ਵੱਧ ਵਾਧੇ ਦੀ ਸਿਫਾਰਿਸ਼ ਕਰ ਦਿੱਤੀ ਹੈ। ਇਸ ਦੇ ਨਾਲ ਹੀ ਘੱਟੋ ਘੱਟ ਤਨਖਾਹ 6,950 ਰੁਪਏ, ਬਹੁਤ ਤਨਖਾਹ ਹੈ ਬਾਈ, 6950 ਰੁਪਏ ਤੋਂ ਵਧਾ ਕੇ 18,000 ਰੁਪਏ ਪ੍ਰਤੀ ਮਹੀਨਾ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਹ ਜਿਹੜਾ ਲਾਗੂ ਹੋਵੇਗਾ, ਇਹ ਦੱਸਿਆ ਜਾ ਰਿਹਾ ਹੈ ਕਿ 1 ਜਨਵਰੀ 2016 ਤੋਂ ਹੋਵੇਗਾ। 6ਵੇਂ ਵਿੱਤ ਕਮਿਸ਼ਨ ਦੇ ਸੁਝਾਵਾਂ ਦੀ ਸਕੀਮ ਦੇ ਅਨੁਸਾਰ ਪੈਨਸ਼ਨਾਂ ਅਤੇ ਡੀਏ ਵਿੱਚ ਪ੍ਰਭਾਵਸ਼ਾਲੀ ਵਾਧੇ ਦਾ ਪ੍ਰਸਤਾਵ ਵੀ ਹੈ, ਜਦਕਿ ਮੈਡੀਕਲ ਭੱਤੇ, ਡੈਥ ਕਮ ਰਿਟਾਇਰਮੈਂਟ ਗ੍ਰੈਚੁਇਟੀ ਵੀ ਦੁੱਗਣੀ ਕਰਨ ਦਾ ਪ੍ਰਸਤਾਵ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ। ਮੁਲਾਜ਼ਮਾਂ ਦੇ ਨਾਲ ਨਾਲ ਪੈਨਸ਼ਨਰਾਂ ਵਾਸਤੇ ਵੀ ਇੱਕੋ ਇੱਕ ਇਹ ਗੱਲ ਆਖੀ ਜਾ ਸਕਦੀ ਹੈ ਕਿ ਆਹ ਗੱਲ ਚੰਗੀ ਹੋਣ ਲੱਗੀ ਹੈ। ਉਹ 'ਚ ਦੱਸਿਆ ਗਿਆ ਹੈ ਕਿ 1,000 ਰੁਪਏ ਮੈਡੀਕਲ ਭੱਤੇ ਦਾ ਵੀ ਪ੍ਰਸਤਾਵ ਹੈ। ਡੈਥ ਕਮ ਰਿਟਾਇਰਮੈਂਟ ਗ੍ਰੈਚੁਇਟੀ ਲਈ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰਨ ਦਾ ਪ੍ਰਸਤਾਵ ਵੀ ਹੈ ਤੇ ਕਈ ਪ੍ਰਸਤਾਵ ਇਸ 6ਵੇਂ ਪੇ ਕਮਿਸ਼ਨ ਵਿੱਚ ਹੋਰ ਵੀ ਨੇ। ਹੁਣ ਵੇਖਦੇ ਹਾਂ ਕਿ ਸਰਕਾਰ ਕਦੋਂ ਇਹਨੂੰ ਲਾਗੂ ਕਰਨ ਦੇ ਉੱਤੇ ਹਾਮੀ ਭਰਦੀ ਆ। ਫਿਰ ਫਿਲਹਾਲ 30 ਮਈ ਦੱਸਿਆ ਜਾ ਰਿਹਾ ਹੈ। ਅਗਲੀ ਜਿਹੜੀ ਖਬਰ ਹੈ, 2 ਮਈ ਤੋਂ ਬਾਅਦ ਲਗਾਤਾਰ ਦਿਨ ਵੀ ਬੀਤ ਰਹੇ ਨੇ ਤੇ ਖਬਰ ਇਹ ਸੁਰਖੀਆਂ ਵਿੱਚ ਵੀ ਲਗਾਤਾਰ ਹੈ, ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਭਾਵ TMC ਨੇ ਜਿੱਤ ਤਾਂ ਦਰਜ ਕਰ ਲਈ, ਪਰ ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਹਾਰ ਗਈ। ਹੁਣ ਇਹ ਆਪਣੇ ਆਪ ਦੇ ਵਿੱਚ ਅਲੋਕਾਰੀ ਗੱਲ ਹੈ। ਜੇ ਕੱਲੀ ਜ਼ਖਮੀ ਸ਼ੇਰਨੀ, ਕੇਂਦਰ ਸਰਕਾਰ ਦੇ ਸਾਰੇ ਵਜ਼ੀਰ ਉੱਥੇ ਜਾਂਦੇ ਰਹੇ, ਪ੍ਰਧਾਨ ਮੰਤਰੀ ਸਾਹਿਬ ਜਾਂਦੇ ਰਹੇ, ਗ੍ਰਹਿ ਮੰਤਰੀ ਸਾਹਿਬ ਉੱਥੇ ਜਾਂਦੇ ਰਹੇ ਅਤੇ ਲੋਕਾਂ ਦੇ ਨਾਲ ਵੱਡੇ ਵੱਡੇ ਲੰਬੇ ਲੰਬੇ ਚੌੜੇ ਚੌੜੇ ਵਾਅਦੇ ਵੀ ਕਰਦੇ ਰਹੇ, ਲੋਕਾਂ ਨੂੰ ਡਰਾਇਆ ਵੀ, ਲੋਕਾਂ ਨੂੰ ਇੱਕ ਕਿਸਮ ਦਾ ਧਮਕਾਇਆ ਵੀ, ਪਰ ਦੂਸਰੇ ਪਾਸੇ ਕੰਮ ਕੁਛ ਨਹੀਂ ਆਇਆ। ਪਰ ਨਾਲ ਹੁਣ ਇਹ ਆਖਣ ਲੱਗ ਪਏ ਹੈ ਕਿ ਅਸੀਂ ਹਾਰੇ ਹੂਰੇ ਨਹੀਂ। ਪਹਿਲੀ ਗੱਲ ਤਾਂ ਅਸੀਂ ਕਹਿੰਦੇ ਮਮਤਾ ਬੈਨਰਜੀ ਹਰਾ ਲਈ, ਦੂਜੀ ਗੱਲ ਕਹਿੰਦੇ 3 ਤੋਂ ਅਸੀਂ 26% ਤੋਂ ਵੱਧ ਸੀਟਾਂ ਜਿੱਤ ਲਈਆਂ। ਕੁਝ ਵੀ ਹੋਵੇ, ਹਾਰ ਤਾਂ ਹਾਰ ਹੈ। ਪਰ ਬੰਗਾਲ ਦੀ ਨੰਦੀਗ੍ਰਾਮ ਸੀਟ ਜਿਹੜੀ ਹੌਟ ਸੀਟ ਬਣੀ ਹੋਈ ਸੀ, ਮਮਤਾ ਬੈਨਰਜੀ ਦੀ ਹਾਰ ਤੋਂ ਬਾਅਦ ਉੱਥੋਂ ਦੇ ਰਿਟਰਨਿੰਗ ਅਫਸਰ ਤੇ ਦਬਾਅ ਨੂੰ ਲੈ ਕੇ ਲਗਾਤਾਰ ਖਬਰਾਂ ਪ੍ਰਕਾਸ਼ ਵਿੱਚ ਨੇ। ਉਹਨਾਂ ਨੂੰ ਚੋਣ ਕਮਿਸ਼ਨ ਦੇ ਨਿਰਦੇਸ਼ ਤੇ ਸੁਰੱਖਿਆ ਮੁਹੱਈਆ ਵੀ ਕਰਵਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਨੰਦੀਗ੍ਰਾਮ ਦੇ ਵਿੱਚ ਭਾਜਪਾ ਆਗੂ ਸ਼ਿਵੇਂਦਰ ਅਧਿਕਾਰੀ ਦੇ ਨਾਲ ਨਜ਼ਦੀਕੀ ਮੁਕਾਬਲੇ ਦੇ ਵਿੱਚ
ਮਮਤਾ ਬੈਨਰਜੀ ਦੀ ਹਾਰ ਤੋਂ ਬਾਅਦ ਦੁਬਾਰਾ ਗਿਣਤੀ ਦੀ ਮੰਗ ਮੁੱਢੋਂ ਹੀ ਖਾਰਜ ਕਰ ਦਿੱਤੀ ਹੈ। ਕਹਿੰਦੇ ਦੁਬਾਰਾ ਨਹੀਂ ਗਿਣਤੀ ਹੋਣੀ। ਕਮਿਸ਼ਨ ਨੇ ਆਖਿਆ ਹੈ ਕਿ ਰਿਟਰਨਿੰਗ ਅਫਸਰ ਦਾ ਫੈਸਲਾ ਆਖਰੀ ਹੈ ਅਤੇ ਇਸ ਨੂੰ ਸਿਰਫ ਤੇ ਸਿਰਫ ਹੁਣ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ, ਭਾਵ ਅਦਾਲਤ ਦਾ ਰੁੱਖ ਕਰ ਲਵੇ ਮਮਤਾ ਬੈਨਰਜੀ। ਚੋਣ ਕਮਿਸ਼ਨ ਨੇ ਜਿਹੜੀਆਂ ਮੀਡੀਆ ਦੇ ਵਿੱਚ ਲਗਾਤਾਰ ਖਬਰਾਂ ਆ ਰਹੀਆਂ ਨੇ ਉਹਨਾਂ ਨੂੰ ਵੀ ਖਾਰਜ ਕੀਤਾ ਹੈ, ਜਿਨ੍ਹਾਂ ਦੇ ਵਿੱਚ ਆਖਿਆ ਗਿਆ ਕਿ ਨੰਦੀਗ੍ਰਾਮ ਦੇ ਵਿੱਚ ਦੁਬਾਰਾ ਵੋਟਾਂ ਦੀ ਗਿਣਤੀ ਹੋਵੇਗੀ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਨੰਦੀਗ੍ਰਾਮ ਦੇ ਰਿਟਰਨਿੰਗ ਅਫਸਰ ਦੇ ਜਿਹੜਾ ਦਬਾਅ ਦੀਆਂ ਖਬਰਾਂ ਸੀ ਉਹ ਰਿਪੋਰਟਾਂ ਦੇ ਆਧਾਰ ਤੇ ਬੰਗਾਲ ਦੇ ਮੁੱਖ ਸਕੱਤਰ ਨੂੰ 3 ਮਈ ਨੂੰ ਆਦੇਸ਼ ਦਿੱਤਾ ਗਿਆ ਕਿ ਉਹਨਾਂ ਨੂੰ ਢੁਕਵੀਂ ਸੁਰੱਖਿਆ ਦਿੱਤੀ ਜਾਵੇ, ਜੋ ਕਿ ਉਹਨਾਂ ਨੂੰ ਦੇ ਵੀ ਦਿੱਤੀ ਗਈ ਹੈ। ਪੱਛਮੀ ਬੰਗਾਲ ਦੀ ਸਰਕਾਰ ਨੇ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ। ਕਮਿਸ਼ਨ ਨੇ ਇਸ ਦੇ ਨਾਲ ਹੀ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੂੰ ਇਹ ਵੀ ਯਕੀਨੀ ਬਣਾਉਣ ਲਈ ਆਖਿਆ ਕਿ ਸਾਰੇ ਚੋਣ ਦਸਤਾਵੇਜ਼ਾਂ ਨੂੰ ਸੁਰੱਖਿਅਤ ਕੀਤਾ ਜਾਵੇ। ਤੇ ਆਪਣੇ ਬਿਆਨ ਦੇ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਨੰਦੀਗ੍ਰਾਮ ਵਿੱਚ ਗਿਣਤੀ ਖਤਮ ਹੋਣ ਤੋਂ ਬਾਅਦ ਇੱਕ ਉਮੀਦਵਾਰ ਦੇ ਇਲੈਕਸ਼ਨ ਏਜੰਟ ਨੇ ਦੁਬਾਰਾ ਗਿਣਤੀ ਦੀ ਜਿਹੜੀ ਮੰਗ ਕੀਤੀ ਸੀ ਉਸ ਨੂੰ ਰਿਟਰਨਿੰਗ ਅਫਸਰ ਨੇ ਆਪਣੇ ਸਾਹਮਣੇ ਮੌਜੂਦ ਤੱਥਾਂ ਨੂੰ ਵੇਖਦਿਆਂ ਉਸੇ ਵਕਤ ਆਖ ਦਿੱਤਾ ਸੀ ਕਿ ਦੁਬਾਰਾ ਗਿਣਤੀ ਨਹੀਂ ਹੋਵੇਗੀ। ਇਸ ਤੋਂ ਬਾਅਦ ਨਤੀਜੇ ਉਹਨਾਂ ਨੇ ਐਲਾਨੇ। ਅਜਿਹੇ ਮਾਮਲੇ ਦੇ ਵਿੱਚ ਕਹਿੰਦੇ ਇੱਕੋ ਇੱਕ ਰਾਹ ਮਮਤਾ ਬੈਨਰਜੀ ਕੋਲ ਕਿ ਉਹ ਚੋਣ ਪਟੀਸ਼ਨ ਹਾਈ ਕੋਰਟ ਦੇ ਵਿੱਚ ਦੁਬਾਰਾ ਦਾਖਲ ਕਰ ਦੇਵੇ। ਕਮਿਸ਼ਨ ਨੇ ਆਖਿਆ ਕਿ ਕਿਸੇ ਵਿਧਾਨ ਸਭਾ ਹਲਕੇ ਵਿੱਚ ਰਿਟਰਨਿੰਗ ਅਫਸਰ ਦਾ ਆਰਪੀ ਐਕਟ 1951 ਦੇ ਤਹਿਤ ਅਰਧ ਨਿਆਇਕ ਸਮਰੱਥਾ ਵਿੱਚ ਆਜ਼ਾਦ ਤੌਰ ਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਆਪਣੇ ਕੰਮ ਨੂੰ ਅੰਜਾਮ ਦੇਣ ਦੇ ਵਾਸਤੇ ਉਹ ਆਜ਼ਾਦ ਹੈ। ਨਿਯਮਾਂ ਦੇ ਆਧਾਰ ਤੇ ਜੇ ਦੁਬਾਰਾ ਵੋਟਾਂ ਦੀ ਗਿਣਤੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਰਿਟਰਨਿੰਗ ਅਫਸਰ ਉਸ ਨੂੰ ਮਨਜ਼ੂਰ ਕਰ ਸਕਦਾ ਹੈ ਜਾਂ ਤਰਕ ਸੰਗਤ ਨਾ ਲੱਗਣ ਤੇ ਖਾਰਜ ਕਰ ਸਕਦਾ ਹੈ ਤੇ ਉਹਦਾ ਫੈਸਲਾ ਆਖਰੀ ਹੁੰਦਾ ਹੈ। ਆਰਓ ਦੇ ਫੈਸਲੇ ਨੂੰ ਆਰਪੀ ਐਕਟ 1951 ਦੀ ਧਾਰਾ 80 ਤਹਿਤ ਚੋਣ ਪਟੀਸ਼ਨ ਰਾਹੀਂ ਹੀ ਚੁਣੌਤੀ ਦਿੱਤੀ ਜਾ ਸਕਦੀ ਹੈ, ਜੋ ਹਾਈ ਕੋਰਟ ਵਿੱਚ ਦਿੱਤੀ ਜਾ ਸਕਦੀ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਕਿਸੇ ਨੇ ਮੈਨੂੰ ਮੈਸੇਜ ਭੇਜਿਆ ਸੀ। ਮੈਸੇਜ ਭੇਜਣ ਵਾਲੇ ਨੇ ਦੱਸਿਆ ਕਿ ਨੰਦੀਗ੍ਰਾਮ ਦਾ ਰਿਟਰਨਿੰਗ ਅਧਿਕਾਰੀ ਗਿਣਤੀ ਦੇ ਸਮੇਂ ਡਰ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਜੇ ਅਸੀਂ ਦੁਬਾਰਾ ਕਾਊਂਟਿੰਗ ਕਰਵਾਉਂਦੇ ਹਾਂ ਤਾਂ ਸਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ। ਹਾਲਾਂਕਿ ਚੋਣ ਕਮਿਸ਼ਨ ਨੂੰ ਆਹ ਗੱਲ ਗੰਭੀਰਤਾ ਨਾਲ ਲੈਣੀ ਚਾਹੀਦੀ ਸੀ। ਨੰਦੀਗ੍ਰਾਮ ਦੇ ਵਿੱਚ ਵੋਟਾਂ ਦੀ ਗਿਣਤੀ ਤੇ ਸ਼ੱਕ ਜ਼ਾਹਰ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਦੱਸਿਆ ਜਾਵੇ ਕਿ 4 ਘੰਟੇ ਸਰਵਰ ਡਾਊਨ ਕਿਵੇਂ ਹੋ ਗਿਆ, ਕਿਉਂਕਿ ਪਹਿਲਾਂ ਨੰਦੀਗ੍ਰਾਮ ਦੇ ਵਿੱਚ 1200 ਵੋਟਾਂ ਦੇ ਉੱਤੇ ਮਮਤਾ ਬੈਨਰਜੀ ਨੂੰ ਜਿਤਾ ਦਿੱਤਾ ਗਿਆ। ਉਹਦੇ ਤੋਂ ਬਾਅਦ ਉੱਥੋਂ ਦੇ ਰਾਜਪਾਲ ਨੇ ਮਮਤਾ ਬੈਨਰਜੀ ਨੂੰ ਵਧਾਈ ਵੀ ਭੇਜ ਦਿੱਤੀ, ਪਰ ਅਚਨਚੇਤ ਕਹਿੰਦੇ ਸਰਵਰ ਡਾਊਨ ਹੋ ਗਿਆ। ਸਿਰਫ ਇੱਕ ਥਾਂ ਦੀਆਂ ਵੋਟਾਂ ਗਣਨੀਆਂ ਰਹਿ ਗਈਆਂ। ਜਿਹੜੀਆਂ ਇੱਕ ਥਾਂ ਦੀਆਂ ਵੋਟਾਂ ਗਣਨੀਆਂ ਰਹਿ ਗਈਆਂ ਸੀ 4 ਘੰਟੇ ਸਰਵਰ ਡਾਊਨ ਰਿਹਾ। 4 ਘੰਟੇ ਸਰਵਰ ਡਾਊਨ ਰਹਿਣ ਤੋਂ ਬਾਅਦ 1956 ਵੋਟਾਂ ਦੇ ਨਾਲ ਮਮਤਾ ਬੈਨਰਜੀ ਪਹਿਲਾਂ 1200 ਤੇ ਜਿੱਤੀ ਹੋਈ ਤੇ ਬਾਅਦ ਦੇ ਵਿੱਚ ਹਰਾ ਦਿੱਤੀ। ਤੁਸੀਂ ਦੇਖੋ, ਕਹਿੰਦੇ ਮੈਨੂੰ ਰਾਜਪਾਲ ਵਧਾਈ ਭੇਜ ਰਿਹਾ ਹੈ, ਸਰਵਰ ਡਾਊਨ ਕਰ ਦਿੱਤਾ ਗਿਆ, 4 ਘੰਟੇ ਬਾਅਦ ਮੈਨੂੰ ਹਰਾ ਦਿੱਤਾ ਗਿਆ। ਤੇ ਜਦੋਂ ਇਹ ਆਖਿਆ ਗਿਆ ਕਿ ਦੁਬਾਰਾ ਗਿਣਤੀ ਕਰੋ, ਕਹਿੰਦੇ ਦੁਬਾਰਾ ਗਿਣਤੀ ਨਹੀਂ ਕਰਨੀ। ਪਰ ਮਮਤਾ ਬੈਨਰਜੀ ਨੇ ਫਿਰ ਆਖਿਆ ਕਿ ਅਸੀਂ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹਾਂ, ਪਰ ਇੱਕ ਹਲਕੇ ਦੇ ਨਤੀਜੇ ਵਿੱਚ ਖਾਮੀਆਂ ਜ਼ਰੂਰ ਹੈ ਜਿੱਥੇ ਦਾ ਸਰਵਰ ਡਾਊਨ ਕੀਤਾ ਗਿਆ। ਉਹ ਕਹਿੰਦੇ ਦਿਖਾਈ ਦੇ ਰਿਹਾ ਕਿ ਇਸ ਤੋਂ ਅਗਾਂਹ ਦੀ ਗੱਲ ਹੋ ਸਕਦੀ ਹੈ, ਸਾਨੂੰ ਸੱਚਾਈ ਪਤਾ ਲਗਾਉਣੀ ਪਵੇਗੀ। ਉਹਨਾਂ ਕਿਹਾ ਕਿ ਸਾਰਿਆਂ ਨੂੰ ਅਪੀਲ ਕਰਦੀਆਂ ਕਿ ਉਹ ਸ਼ਾਂਤੀ ਬਣਾ ਕੇ ਰੱਖਣ, ਹਿੰਸਾ ਦੀ ਸਥਿਤੀ ਪੈਦਾ ਨਾ ਹੋਣ ਦੇਣ। ਪਰ ਮੈਂ ਜਾਣਦੀ ਹਾਂ, ਕਹਿੰਦੇ, ਕਿ ਭਾਜਪਾ ਤੇ ਕੇਂਦਰੀ ਫੋਰਸਾਂ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਹੈ, ਪਰ ਸਾਨੂੰ ਸ਼ਾਂਤੀ ਬਣਾ ਕੇ ਰੱਖਣੀ ਪਵੇਗੀ। ਹੁਣ ਸਾਨੂੰ ਆਪਣਾ ਸਾਰਾ ਧਿਆਨ ਕਰੋਨਾ ਮਹਾਮਾਰੀ ਨਾਲ ਲੜਨ ਤੇ ਕੇਂਦਰਿਤ ਕਰਨਾ ਪਏਗਾ। ਫਿਰ ਵੀ ਉਹਨਾਂ ਨੇ ਗੱਲ ਚੰਗੀ ਕੀਤੀ ਹੈ, ਸੁਘੜ ਸਿਆਣੀ ਗੱਲ ਕੀਤੀ ਹੈ। ਅਗਲੀ ਬਹੁਤ ਵੱਡੀ ਖਬਰ ਹੈ। ਬੀਤੇ ਦਿਨੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਨਸ਼ਿਆਂ ਦੇ ਧੰਦੇ ਦੇ ਵਿੱਚ ਇੱਕ ਅਕਾਲੀ ਆਗੂ ਸੀ, ਗ੍ਰਿਫਤਾਰ ਕਰ ਲਈ ਸੀ। ਅੱਜ ਉਹਦੀ ਅਪਡੇਟ ਮਿਲੀ ਹੈ, ਪਰਤਾਂ ਖੁੱਲੀਆਂ ਨੇ ਕਿ ਇਹ ਧੰਦਾ ਕੀਤਾ ਕਿਵੇਂ ਜਾਂਦਾ ਸੀ। ਤਰਨਤਾਰਨ ਜ਼ਿਲ੍ਹੇ ਦਾ ਪਿੰਡ ਚੰਬਲ ਤੋਂ ਐਸਟੀਐਫ ਦੇ ਵੱਲੋਂ ਗ੍ਰਿਫਤਾਰ ਕੀਤੀ ਗਈ ਸੀ ਇਸਤਰੀ ਅਕਾਲੀ ਦਲ ਦੀ ਆਗੂ ਜਸਵਿੰਦਰ ਕੌਰ ਜੱਸੀ। ਉਹਨਾਂ ਦੀ ਧੀ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ, ਹੁਣ ਮਹਿਕਮੇ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਹੈ। ਜਦੋਂ ਕਿ ਥਾਣਾ ਚੋਲਾ ਸਾਹਿਬ ਦੇ ਵਿੱਚ ਤੈਨਾਤ ਗੁਰਜਿੰਦਰ ਕੌਰ ਉਰਫ ਗੋਪੀ ਨੂੰ ਐਸਐਸਪੀ ਨੇ ਪਹਿਲਾਂ ਲਾਈਨ ਹਾਜ਼ਰ ਕੀਤਾ। ਲਾਈਨ ਹਾਜ਼ਰ ਕਰਕੇ ਵਿਭਾਗੀ ਪੜਤਾਲ ਸ਼ੁਰੂ ਕੀਤੀ। ਜਾਂਚ ਪੜਤਾਲ ਦੇ ਵਿੱਚ ਇਹ ਸਾਹਮਣੇ ਆਇਆ ਹੈ
कि यह महिला पुलिस मुलाजम समगलिंग दे विच शामिल सी। किसी नूं शक ना पवे ये गोपी वर्दी पा के हैरोइन की सप्लाई देण जाया करती सी लोकां नूं। दसना बनता है, शायद तुहानूं याद भी होवे कि 20 अप्रैल की सवेर लगभग 10 वजे सी STF की टीम ने हलका पट्टी के पिंड चंबल दे विच छापा मारिया, जिससे जसविंदर कौर नां की एक औरत के घर यह छापेमारी हुई। लगभग 11 घंटे ये ऑपरेशन चलता रहा। ऑपरेशन के दौरान पुलिस ने जस्सी के घरों 1 किलो तो वध हैरोइन बरामद की। सारा दिन चली तलाशी मुहिम तो बाद STF की टीम हैरोइन बरामद करके जस्सी नूं गिरफ्तार करके रात के लगभग 9:30 बजे अपने नाल लै गई सी। इस्त्री अकाली दल के नाल संबंधित दसी जाती है जस्सी। जस्सी के घरों 1 किलो 10 ग्राम हैरोइन बरामद होने का दावा पुलिस ने कर दिता सी। जस्सी की धी गुरजिंदर कौर छापेमारी समय तरनताਰਨ जिले के थाना चोला साहब के तैनात सी। जानकारी लुकाउण करके SSP ने दसिया कि गुरजिंदर कौर नूं नौकरी तो बर्खास्त कर दिता गया। यह भी पता लग्या कि विदेश जाण तो पहलां जसविंदर कौर जस्सी नूं उन्हां दे एक रिश्तेदार ने एक फार्चूनर गड्डी दित्ती सी। इस गड्डी दे राहीं नारकोटिक्स सैल दे विच ASI चानण सिंह हैरोइन की सप्लाई करिया करदा सी, समगलिंग करिया करदा सी। ते देखो धी भी पुलिस च ते आ एक ASI भी पुलिस दा समगलिंग करन दे विच जस्सी दा सहयोग दिया करदा सी। अते ये SIT की जांच दे विच पता लग्या कि हैरोइन समगलिंग दे विच मदद करने के बदले जस्सी ने यह गड्डी फिर इस ASI नूं गिफ्ट कर दी। फार्चूनर बनता बथेरा सी पैसा। इत्थे ये भी गल निकल के सामने आई है कि जसविंदर कौर जस्सी पहला पिंड पिद्दी दे विच एक पुलिस कांस्टेबल नाल विआही हुई सी। 1996 दे विच जस्सी के पति बलविंदर सिंह की ड्यूटी दौरान मौत हुई। जस्सी ने दूसरा विआह करवाया पिंड चंबल के रहने वाले रणजीत सिंह नाल। जस्सी के पुत्र एक घर दे विच एक पैदा होया दूसरे विआह दे विचों, जबकि वड्डी धी गुरजिंदर कौर गोपी नूं तरस के आधार पर पुलिस के विच अपने बाप के थां नौकरी मिल गई। उहदी ड्यूटी चोला साहब दे विच सी। SSP ने दस्सिया कि गुरजिंदर कौर ने पुलिस विभाग के अक्स नूं नुकसान पहुँचाया, खाकी नूं दागदार कीता है, इस करके उसनूं नौकरी तो बर्खास्त कर दिता गया। जांच पूरी होने तो बाद उसके खिलाफ केस दर्ज किया जा सकता है। उन्होंने कहा कि ASI चानण सिंह खिलाफ हाले जांच पूरी नहीं हुई, हाले भी चल रही है अते कई होर अहम सुराग मिलण की संभावना है अते कोई होर पुलिस वाले भी उन्हां दे नाल मिले हो सकते हैं। समगलिंग नाल जुड़े इन्हां मुलजमां की जायदाद नूं अटैच करन ते हुण कार्रवाई चल रही है। पता किया जा रहा है कि इन्हां ने जे एक बंदा किसी व्यक्ति नूं फार्चूनर वर्गी वड्डी गड्डी गिफ्ट विच दे सकदा है तां उन्होंने जमीन जायदाद चल अचल जायदाद किन्नी बनाई होएगी। हुण जांच इस पासे नूं तुर पई है कि आह पुलिस वालियां ने कि इन्हां दे नाल कोई पुलिस वाला होर भी सी कि इन्हां ने कित्थे कित्थे जमीन जायदाद बनाई जां किते होर कोई वड्डे आगू तां नहीं जिन्हां दी रहनुमाई दे हेठ ये सारा समगलिंग दा धंधा चल रहा होवे। वेखदे हां कि आउण वाले दिनां दे विच इस हमाम दे विच किहड़ा-किहड़ा नंगा हुंदा है। वेखदे हां कि इस जांच पड़ताल दे विचों किते कोई होर वड्डा आगू माझे दा, मालवे दा, दुआबे दा होर तां नहीं निकल के सामने आउंदा। पर उम्मीद है कि होर कईयां वल ये जांच पड़ताल वधेगी जेकर जांच पड़ताल सही तरीके नाल अगे वधन दित्ती गई। अगली खबर, कंगना दा कंगना छणका दिता ट्विटर ने, करारा झटका दिता, बड़े नफरती संदेश दिंदी सी, बड़ी जहर उगलदी सी बीपी। ट्विटर ने नफरती वतीरे ते इतराजयोग वरताओ नीति की उलंघना करने के कारण कंगना रनौत का खाता पक्के तौर पर बंद कर दिता है। कंगना के खाते उत्ते सस्पेंडेड लिखिया नजर आ रहा है। अब पश्चिमी बंगाल दे विच भाजपा के हक विच भुगतदी रही अते ममता बैनर्जी की अगवाई हेठली TMC की जित तो बाद हिंसा नूं लैके कई पोस्टां कंगना ने कीतियां सी। पश्चिमी बंगाल दे विच राष्ट्रपति राज की मंग भी इस बीबी ने की सी। वो कहती सी हिंसा जिहड़ी पश्चिमी बंगाल दे विच होई है कसूरवार ममता बैनर्जी है। होना तो यह चाहिए से कि बीबी एक अदाकारा है, इनू पार्टीबाजी तो उपर उठ के गलत नूं गलत ते ठीक नूं ठीक कहना चाहिए सी, क्योंकि इस बीबी नूं फॉलो तो काफ़ी लोग करते हैं। ये गल भी चंगी है कि ये जिहड़े सुचेत लोग होंदे ने इन्हां नूं पार्टी तो उपर उठ के जेकर अपनी राय देण ते सबनां नूं चंगा भी लगता है। हालांकि अदाकारा चंगी है
पर अदाकारा चंगी करनी की है जे इंसान चंगी नहीं, जे अंदरों अग भरी हुई है, नफरत भरी हुई है। हुण इन्हें दस्सिया कि जिहड़ी पश्चिमी बंगाल दे विच हिंसा हुई है तो ममता बैनर्जी कसूरवार है ते इत्थे राष्ट्रपति राज लाया जाए। ते कई अजिहे नावां दे नाल ममता बैनर्जी नूं इह संबोधन करदी रही जिहड़ा मैं तुहानूं इस प्रोग्राम दे विच दस भी नहीं सकदा कि इह घटिया शब्द किहड़े वरतदी सी। हुण तुसीं आप अंदाज़ा ला लओ। ट्विटर ने कहा कि असीं स्पष्ट कर रहे हैं कि असीं कंगना के खिलाफ ਉਹਦਾ ਵਰਤਾਓ ਸੀ ਜਿਹੜਾ ਉਹਦੀਆਂ जिस तरह ਦੀਆਂ ਭੈੜੀਆਂ ਭੱਦੀਆਂ ਟਿੱਪਣੀਆਂ ਸੀ ਉਹਦੇ ਖਿਲਾਫ ਕਾਰਵਾਈ ਕਰ ਰਹੇ ਹਾਂ, ਜਿਸ ਦੇ ਕਰਕੇ ਅਸੀਂ ਉਹਦਾ ਟਵਿੱਟਰ ਖਾਤਾ ਪੱਕੇ ਤੌਰ ਤੇ ਨਿਯਮਾਂ ਦੀ ਉਲੰਘਣਾ ਜਿਸ ਦੇ ਵਿੱਚ ਨਫ਼ਰਤ ਦੀ ਨੀਤੀ ਸੀ, ਇਤਰਾਜ਼ਯੋਗ ਸ਼ਬਦਾਵਲੀ ਸੀ, ਇੱਕ ਵਾਰ ਨਹੀਂ ਵਾਰ-ਵਾਰ ਉਲੰਘਣਾ ਕਰਨ ਤੇ ਪੱਕੇ ਤੌਰ ਤੇ ਬੰਦ ਕਰ ਰਹੇ ਹਾਂ। ਸ਼ਾਇਦ ਤੁਹਾਨੂੰ ਇਹ ਵੀ ਯਾਦ ਹੋਵੇ ਕਿਸਾਨੀ ਸੰਘਰਸ਼ ਦੇ ਵੇਲੇ ਇਹੀ ਬੀਬੀ ਭੱਦੇ ਭੱਦੇ ਭੈੜੇ ਭੈੜੇ ਟਵੀਟ ਕਰਦੀ ਰਹੀ, ਕਈ ਇਹਦੀ ਰੇਲ ਵੀ ਬਣਾਉਂਦੇ ਰਹੇ। ਸਾਡੀਆਂ ਮਾਵਾਂ ਧੀਆਂ ਭੈਣਾਂ ਜਿਹੜੀਆਂ ਕਿਸਾਨੀ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਦੀਆਂ ਸੀ, ਉਹਨਾਂ ਨੂੰ ਇਹ ਦਿਹਾੜੀਦਾਰ ਦੱਸਦੀ ਰਹੀ, ਉਹਨਾਂ ਨੂੰ ਇਹ ਕਿਰਾਏ ਤੇ ਲਿਆਂਦੀਆਂ ਦੱਸਦੀ ਰਹੀ, ਉਹਨਾਂ ਨੂੰ ਇਹ ਵਿਕਾਊ ਔਰਤਾਂ ਦੱਸਦੀ ਰਹੀ। ਬਾਅਦ ਦੇ ਵਿੱਚ ਰੇਲ ਤਾਂ ਭਾਵੇਂ ਦੀ ਬਥੇਰੀ ਬਣੀ, ਪਰ ਅਸਲ ਦੇ ਵਿੱਚ ਕੰਮ ਅੱਜ ਸੂਤ ਆਇਆ। ਲੱਗਦਾ ਸੀ ਕਿ ਉਦੋਂ ਦਾ ਸਭ ਤੋਂ ਪਹਿਲਾਂ ਇਹਦੇ ਖਿਲਾਫ, ਇਹਦੇ ਟਵਿੱਟਰ ਦੇ ਖਿਲਾਫ ਮਨਜੀਤ ਸਿੰਘ ਜੀਕੇ ਹੋਰਾਂ ਨੇ ਰਿਪੋਰਟ ਦਰਜ ਕੀਤੀ ਸੀ। ਉਸ ਵਕਤ ਇਹਨੂੰ ਅਗਾਊਂ ਇਹ ਸੂਚਨਾ ਦੇ ਦਿੱਤੀ ਸੀ ਕਿ ਬੀਬਾ ਜੇਕਰ ਤੂੰ ਇਸ ਤਰ੍ਹਾਂ ਦੇ ਕੰਮ ਕੀਤੇ ਤਾਂ ਤੇਰਾ ਟਵਿੱਟਰ ਖਾਤਾ ਬੰਦ ਹੋ ਸਕਦਾ ਹੈ। ਪਰ ਚੇਤਾਵਨੀ ਤੋਂ ਬਾਅਦ ਵੀ ਇਹਦੇ ਕੰਨ ਤੇ ਜੂੰ ਨਾ ਸਰਕੀ, ਕਿਉਂਕਿ ਜਦੋਂ ਪਿੱਠ ਕਿਸੇ ਵੱਡੇ ਘਰਾਣੇ ਨਾਲ ਲੱਗਦੀ ਹੋਵੇ ਫਿਰ ਲੱਗਦਾ ਕਿ ਮੈਨੂੰ ਕੌਣ ਕਹਿ ਸਕਦਾ ਹੈ। ਸ਼ਾਇਦ ਬੀਬਾ ਨੂੰ ਚੇਤੇ ਨਹੀਂ ਸੀ ਰਿਹਾ ਕਿ ਭਾਈ ਤੂੰ ਕਿਹਦੀ ਵਿਚਾਰੀਆਂ। ਆ ਹੁਣ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਸੋਸ਼ਲ ਮੀਡੀਆ ਤੋਂ ਪੱਕੇ ਤੌਰ ਤੇ ਸਾਰੇ ਪਲੇਟਫਾਰਮਾਂ ਨੇ ਬੈਨ ਕਰ ਦਿੱਤਾ। ਉਹ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹੁੰਦੇ ਸੀ। ਪਰ ਹੁਣ ਬਹੁਤ ਸਾਰੇ ਲੋਕਾਂ ਨੂੰ ਸੁੱਖ ਦਾ ਸਾਹ ਵੀ ਆਊ ਤੇ ਇੱਕ ਗੱਲ ਚੰਗੀ ਵੀ ਹੋਈ, ਜੇਕਰ ਕੋਈ ਨਫ਼ਰਤ ਫੈਲਾਉਂਦਾ ਸਮਾਜ ਦੇ ਵਿੱਚ ਨਫ਼ਰਤ ਵਾਸਤੇ ਥਾਂ ਨਹੀਂ ਹੋਣੀ ਚਾਹੀਦੀ। ਸੋ ਹੁਣ ਅੱਜ ਟਵਿੱਟਰ ਖਾਤੇ ਦਾ ਕੰਗਣਾ ਰਣੌਤ ਦਾ ਭੋਗ ਪੈ ਗਿਆ। ਲੱਗਦਾ ਇਹਨੂੰ ਪਹਿਲਾਂ ਹੀ ਕਾਫੀ ਦੇਰ ਤੋਂ ਸੀ, ਕਾਫੀ ਦੇਰ ਪਹਿਲਾਂ ਵੀ ਕਹਿਣ ਲੱਗ ਪਈ ਸੀ ਮੈਂ ਟਵਿੱਟਰ ਛੱਡ ਦੇਣਾ, ਮੈਂ ਟਵਿੱਟਰ ਛੱਡ ਦੇਣਾ। ਪਰ ਜਿੰਨੀ ਦੇਰ ਸਸਪੈਂਡ ਨਹੀਂ ਹੋਇਆ ਨਾ, ਖਾਤਾ ਬੰਦ ਨਹੀਂ ਹੋਇਆ, ਛੱਡ ਤਾਂ ਨਹੀਂ ਹੋਇਆ। ਪਰ ਆਹ ਦੋਸਤੋ ਅੱਜ ਦਾ ਪ੍ਰੋਗਰਾਮ ਤੁਹਾਡੇ ਹਵਾਲੇ ਕਰ ਦਿੱਤਾ ਗਿਆ। ਹੁਣ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ, ਕਿਰਪਾ ਕਰਕੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ। ਖਬਰਾਂ ਨੂੰ ਆਧਾਰ ਬਣਾ ਕੇ ਹੇਠਾਂ ਕਮੈਂਟ ਜ਼ਰੂਰ ਕਰਿਓ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਜਾਂਚ ਪੜਤਾਲ ਇਸ ਵਕਤ ਇੱਕ ਅਕਾਲੀ ਆਗੂ ਜਿਹੜੀ ਗ੍ਰਿਫਤਾਰ ਹੋ ਚੁੱਕੀ ਹੈ, ਜਿਸ ਦੀ ਧੀ ਤੇ ਕੁਝ ਪੁਲਿਸ ਮੁਲਾਜ਼ਮ ਇਸ ਸਾਰੇ ਤਾਣੇ ਬਾਣੇ ਵਿੱਚ ਗਲਤਾਨ ਦੱਸੇ ਗਏ ਹੈ, ਕੀ ਸੁਚੱਜੇ ਤਰੀਕੇ ਨਾਲ ਅੱਗੇ ਵਧੇਗੀ? ਆਪਣੀਆਂ ਟਿੱਪਣੀਆਂ ਜ਼ਰੂਰ ਕਰਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਨਾਲ ਬੇਨਤੀ ਨਾਲ ਅਪੀਲ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾ।